ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਖਬਰ ਖਾਸ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਕਿ ਖਾਲਿਸਤਾਨ ਦੀ ਮੰਗ ਕਰਨ ਲਈ ਦੁਨੀਆ ਦੇ ਕਈ ਮੁਲਕਾਂ 'ਚ ਮੁਹਿੰਮ ਚਲਾ ਰਹੀ ਜਥੇਬੰਦੀ ਸਿੱਖਸ ਫॉर ਜਸਟਿਸ ਭਾਰਤ 'ਚ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿ ਭਾਰਤ ਦੇ ਸਿੱਖ ਨੌਜਵਾਨਾਂ ਨੂੰ ਵਰਗਲਾਉਣ ਦੇ ਲਈ ਇਹ ਜਥੇਬੰਦੀ ਫੰਡਿੰਗ ਦੀ ਮਦਦ ਲੈ ਰਹੀ ਹੈ। ਅਜਿਹੇ ਕਈ ਸਵਾਲ ਖੜੇ ਕੀਤੇ ਨੇ ਖੂਫੀਆ ਏਜੰਸੀਆਂ ਦੀ ਇੱਕ ਰਿਪੋਰਟ ਨੇ। ਇਸ ਰਿਪੋਰਟ 'ਚ ਕੀ ਹੈ ਤੇ ਕੌਣ ਬਣਿਆ ਹੈ ਭਾਰਤ 'ਚ ਉਹਨਾਂ ਦਾ ਮਦਦਗਾਰ, ਇਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼ ਬਰਗਾੜੀ ਮੋਰਚੇ ਦਾ ਸੱਚ। ਬਰਗਾੜੀ 'ਚ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ, ਇਸੇ ਮੰਗ ਨੂੰ ਲੈ ਕੇ 50 ਦਿਨਾਂ ਤੋਂ ਮੋਰਚਾ ਲਾਈ ਬੈਠੇ ਨੇ ਸਰਬੱਤ ਖਾਲਸਾ ਦੇ ਜਥੇਦਾਰ। ਪਰ ਹੁਣ ਇਹ ਮੋਰਚਾ ਸਵਾਲਾਂ ਦੇ ਘੇਰੇ 'ਚ ਆ ਗਿਆ ਕਿਉਂਕਿ ਇਲਜ਼ਾਮ ਲੱਗ ਰਹੇ ਨੇ ਕਿ ਦੇਸ਼ ਵਿਰੋਧੀ ਤਾਕਤਾਂ ਇਸ ਮੋਰਚੇ ਨੂੰ ਫੰਡਿੰਗ ਕਰ ਰਹੀਆਂ ਨੇ। ਬਰਗਾੜੀ ਵਿੱਚ ਲੱਗਿਆ ਮੋਰਚਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੀ ਕਰਦਾ ਮੰਗ। ਪਰ ਕੀ ਹੈ ਇਸ ਮੋਰਚੇ ਦੀ ਸੱਚਾਈ? ਇੰਟੈਲੀਜੈਂਸ ਦੀ ਰਿਪੋਰਟ ਨੇ ਚੁੱਕੇ ਸਵਾਲ। 30 ਜੂਨ 2018 ਤੋਂ ਫਰੀਦਕੋਟ ਦੇ ਬਰਗਾੜੀ ਵਿੱਚ ਲੱਗੇ ਇਸ ਮੋਰਚੇ ਨੂੰ ਹੋ ਰਹੀ ਹੈ ਵਿਦੇਸ਼ੀ ਫੰਡਿੰਗ, ਉਹ ਵੀ ਅਣਜਾਣ ਲੋਕਾਂ ਵੱਲੋਂ। ਜੀ ਹਾਂ, ਇੱਕ ਅਖਬਾਰ ਦੇ ਦਾਅਵੇ ਮੁਤਾਬਿਕ ਜਦੋਂ ਇਹ ਜਾਣਕਾਰੀ ਇੰਟੈਲੀਜੈਂਸ ਏਜੰਸੀਆਂ ਦੇ ਹੱਥ ਲੱਗੀ ਤਾਂ ਉਹਨਾਂ ਦੇ ਵੀ ਹੋਸ਼ ਫਾਕਤਾ ਹੋ ਗਏ ਕਿਉਂਕਿ ਲੱਖਾਂ ਰੁਪਏ ਦੀ ਫੰਡਿੰਗ ਦਾ ਸਰੋਤ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ। ਏਜੰਸੀਆਂ ਇਸ ਗੱਲ ਤੇ ਖਾਸ ਨਜ਼ਰ ਰੱਖ ਰਹੀਆਂ ਨੇ ਕਿ ਸਰਬੱਤ ਖਾਲਸਾ ਦੇ ਇਸ ਮੋਰਚੇ ਨੂੰ ਕਿੱਥੋਂ ਆ ਰਹੇ ਨੇ ਲੱਖਾਂ ਰੁਪਏ। ਔਰ ਸ਼ੱਕ ਦੀ ਸੂਈ ਅਮਰੀਕਾ ਵਿੱਚ ਬੈਠ ਕੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚਣ ਵਾਲੀ ਸਿੱਖਸ ਫॉर ਜਸਟਿਸ ਸੰਸਥਾ ਤੇ ਘੁੰਮ ਰਹੀ ਹੈ। ਇੰਟੈਲੀਜੈਂਸ ਦੇ ਦਸਤਾਵੇਜ਼ ਮੁਤਾਬਿਕ ਫੰਡਿੰਗ ਦੀ ਸ਼ੁਰੂਆਤ ਮੋਰਚਾ ਲੱਗਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। 14 ਜੂਨ ਨੂੰ ਪਟਿਆਲਾ ਦੇ ਹਰਬੰਸ ਸਿੰਘ ਨੇ 11,000 ਰੁਪਏ, 17 ਜੂਨ ਨੂੰ ਬਾਬਾ ਸ਼ਿੰਦਰ ਸਿੰਘ ਫਤਿਹਗੜ੍ਹ ਸਵਰਾਵਾਂ ਨੇ 21,000 ਰੁਪਏ, ਇਟਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਲੰਗਰ ਦੀ ਸਮਾਪਤੀ ਤੱਕ ਗੁਪਤ ਦਾਨ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ 11 ਜੁਲਾਈ ਨੂੰ ਅਮਰੀਕਾ ਤੋਂ ਕਿਸੇ ਅਣਜਾਣ ਸ਼ਖਸ ਨੇ 3,10,000 ਰੁਪਏ ਦੀ ਫੰਡਿੰਗ ਕੀਤੀ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਅਤੇ ਲਿਸਟ ਵਿੱਚ ਇਸ ਨੂੰ ਅਮਰੀਕਾ ਦੀ ਸੰਗਤ ਵੱਲੋਂ ਮਿਲੀ ਰਾਸ਼ੀ ਦੇ ਤੌਰ ਤੇ ਵਿਖਾਇਆ ਗਿਆ। ਅਜੇ ਵਿੱਚ ਇੰਟੈਲੀਜੈਂਸ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਰਕਮ ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨੀਆਂ ਵੱਲੋਂ ਭੇਜੀ ਗਈ ਹੈ ਅਤੇ ਸ਼ੱਕ ਦੇ ਦਾਇਰੇ ਵਿੱਚ ਸਿੱਖਸ ਫॉर ਜਸਟਿਸ ਮੁੜ ਤੋਂ ਆ ਗਿਆ। ਲਿਸਟ ਮੁਤਾਬਿਕ 11 ਜੁਲਾਈ ਤੱਕ ਮੋਰਚੇ ਨੂੰ 7,94,500 ਰੁਪਏ ਦਾ ਫੰਡ ਮਿਲ ਚੁੱਕਿਆ ਹੈ। ਲਿਸਟ ਦੇ ਮੁਤਾਬਿਕ ਫੰਡਿੰਗ ਕਰਨ ਵਾਲਿਆਂ ਵਿੱਚ ਕੈਨੇਡਾ, ਅਮਰੀਕਾ, ਇਟਲੀ ਦੇ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਅਕਾਲੀ ਦਲ ਮਾਨ ਦੇ ਇੱਕ ਵੱਡੇ ਆਗੂ ਵੱਲੋਂ ਵੀ 35,000 ਰੁਪਏ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਵੀ ਇੱਕ ਵੱਡੇ ਆਗੂ ਵੱਲੋਂ 21,000 ਰੁਪਏ ਧਰਨੇ ਦੇ ਲਈ ਦਿੱਤੇ ਗਏ ਸਨ। ਲੱਖਾਂ ਰੁਪਏ ਦੀ ਫੰਡਿੰਗ ਕਰਨ ਵਾਲਿਆਂ ਦੇ ਨਾਂ ਅਜੇ ਤੱਕ ਸਾਹਮਣੇ ਨਹੀਂ ਆਏ ਨੇ ਅਤੇ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਦੁਨੀਆ ਭਰ ਵਿੱਚ ਖਾਲਿਸਤਾਨ ਦੀ ਮੰਗ ਕਰਨ ਵਾਲੀ ਜਥੇਬੰਦੀ ਸਿੱਖਸ ਫॉर ਜਸਟਿਸ ਦੀ ਵੀ ਇਸ ਦੇ ਪਿੱਛੇ ਵੱਡੀ ਸ਼ਮੂਲੀਅਤ ਹੈ। ਅਤੇ ਜੇ ਭਾਰਤ ਨੂੰ ਤੋੜਨ ਦਾ ਸੁਪਨਾ ਵੇਖਣ ਵਾਲੀ ਇਸ ਜਥੇਬੰਦੀ ਦੀ ਹਮਾਇਤ ਸਰਬੱਤ ਖਾਲਸਾ ਦੇ ਇਸ ਮੋਰਚੇ ਨੂੰ ਮਿਲ ਰਹੀ ਹੈ ਤਾਂ ਫਿਰ ਇਹ ਭਾਰਤ ਦੇ ਦੁਸ਼ਮਣਾਂ ਨਾਲ ਹੱਥ ਮਿਲਾਉਣ ਵਾਲੀ ਗੱਲ ਹੋਵੇਗੀ। ਬਿਊਰੋ ਰਿਪੋਰਟ, PTC ਨਿਊਜ਼। ਭਾਰਤ ਦੀ ਏਕਤਾ ਤੇ ਸੱਟ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਤੇ ਦੁਨੀਆ ਭਰ 'ਚ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਵਾਲੀ ਇਹ ਜਥੇਬੰਦੀ ਕੀ ਹੈ, ਕਿਵੇਂ ਇਹ ਆਪਣੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਭਾਰਤ ਸਰਕਾਰ ਕਿਵੇਂ ਦੇ ਰਹੀ ਹੈ ਇਸ ਦਾ ਜਵਾਬ। ਵੇਖੋ ਇਸ ਰਿਪੋਰਟ 'ਚ। ਇਹ ਗੱਲ ਤੈਨੂੰ ਬਿੱਟੂ ਕੰਨ ਖੋਲ ਕੇ ਸੁਣ ਲੈ, ਵਿੱਚੇ ਕੈਪਟਨ ਗੱਲ ਸੁਣ ਲੈ ਓਏ। ਤੈਨੂੰ ਇੰਨੀ ਗਾਰੰਟੀ ਦਿੰਦੇ ਆ ਵੀ ਤੇਰੀ ਹਿੱਕ ਤੇ ਨਾਂ ਨਿਸ਼ਾਨ 100 ਗੱਡਿਆਂ ਦਾ ਮੇਰਾ ਨਾਮ ਬਟਾ ਦੇਈਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਸ਼ਰੇਆਮ ਧਮਕੀ ਦੇਣ ਵਾਲੀ ਇਹ ਜਥੇਬੰਦੀ ਹੈ ਸਿੱਖਸ ਫॉर ਜਸਟਿਸ, ਜੋ ਵਿਦੇਸ਼ੀ ਧਰਤੀ ਤੇ ਬੈਠ ਕੇ ਭਾਰਤ ਨੂੰ ਤੋੜਨ ਦੀ ਜੁਗਤ ਵਿੱਚ ਲੱਗੀ ਹੋਈ ਹੈ। ਖਾਲਿਸਤਾਨ ਦੀ ਹਮਾਇਤ ਕਰਨ ਵਾਲੀ ਇਹ ਜਥੇਬੰਦੀ ਦੁਨੀਆ ਭਰ ਦੇ ਸਿੱਖਾਂ ਨੂੰ ਭਾਰਤ ਦੇ ਖਿਲਾਫ ਭੜਕਾਉਣ ਦਾ ਕੰਮ ਕਰ ਰਹੀ ਹੈ। ਭਾਰਤ ਤੋਂ ਵੱਖਰੇ ਪੰਜਾਬ ਦੀ ਕਲਪਨਾ ਨੂੰ ਹਕੀਕਤ ਵਿੱਚ ਤਬਦੀਲ ਕਰਨ ਦਾ ਸੁਪਨਾ ਵੇਖ ਰਹੀ ਹੈ ਅਤੇ ਉਸ ਦੇ ਲਈ ਸਾਜ਼ਿਸ਼ਾਂ ਕੱਢ ਰਹੀ ਹੈ ਅਤੇ ਇਸੇ ਸਾਜ਼ਿਸ਼ ਦਾ ਇੱਕ ਹਿੱਸਾ ਹੈ ਰੈਫਰੈਂਡਮ 2020, ਜਿਸ ਦੇ ਤਹਿਤ ਵੱਖ-ਵੱਖ ਮੁਲਕਾਂ ਵਿੱਚ ਵਸਦੇ ਸਿੱਖਾਂ ਤੋਂ ਵੱਖਰੇ ਪੰਜਾਬ ਦੀ ਮੰਗ ਦੇ ਲਈ ਵੋਟਿੰਗ ਕਰਵਾਏ ਜਾਣ ਦਾ ਟੀਚਾ ਮਿੱਥਿਆ ਗਿਆ।
ਇਹਨਾਂ ਸਾਜ਼ਿਸ਼ਾਂ ਦਾ ਸਿਰਫ ਇੱਕ ਹੀ ਮਕਸਦ ਹੈ, ਭਾਰਤ ਅਤੇ ਖਾਸ ਤੌਰ ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਅਤੇ ਮਾਹੌਲ ਨੂੰ ਵਿਗਾੜਨਾ। ਪਰ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਭਾਰਤ ਸਰਕਾਰ ਵੀ ਮੁਸਤੈਦ ਹੈ ਅਤੇ ਵਿਦੇਸ਼ ਮੰਤਰਾਲੇ ਵੱਲੋਂ ਬ੍ਰਿਟਿਸ਼ ਸਰਕਾਰ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ ਹੈ ਤਾਂ ਜੋ ਭਾਰਤ ਵਿਰੋਧੀ ਸਰਗਰਮੀਆਂ ਨੂੰ रोका जा सके। इस मैटर को यूके गवर्नमेंट के साथ टेकअप किया है, हमने उनको डिमांड्स भी इशू किया है और हम एक्सपेक्ट करते हैं कि यूके की सरकार ऐसे कोई ग्रुप को अपना कंट्री इस्तेमाल नहीं करने दे जिसका इम्पैक्ट जो है ना, जिसका इंटेंशन है हेट फैलाना और जिसका इम्पैक्ट हमें हमारे बायलैटरल रिलेशंस पे पड़ सकता है। ये हम उनको बताना चाहेंगे और हमने उनको कहा भी है कि ये जो इवेंट हो रहा है उसका इंटेंशन वही है। और जहाँ तक कुछ ऐसे छोटे मोटे ग्रुप्स की बात है, मुझे लगता है कि वो फ्रिंज एलिमेंट हैं और उनका काम ही है नफरत फैलाना, उनका काम ही है कम्युनल डिसहार्मनी फैलाना। पंजाब के मुख्यमंत्री कैप्टन अमरिंदर सिंह वालों रेफरेंडम 2020 ਨੂੰ महज कोरी कल्पना करार दिते जाने तो बाद ਉਹਨਾਂ ਨੂੰ ਵੀ 6 फॉर जस्टिस ਵੱਲੋਂ ਇੱਕ ਧਮਕੀ ਭਰੀ ਚਿੱਠੀ ਲਿਖੀ ਗਈ, ਜਿਸ ਵਿੱਚ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਤੱਕ ਲਿਖਿਆ ਗਿਆ ਕਿ ਸਰਕਾਰ ਭਾਵੇਂ ਜੋ ਮਰਜ਼ੀ ਕਹਿ ਲਵੇ ਪਰ रेफरेंडम 2020 ਬਣ ਕੇ ਰਹੇਗਾ। ਭਾਰਤ ਨੂੰ ਤੋੜਨ ਦੀ ਹਿਮਾਇਤ ਕਰਨ ਵਾਲੀ ਜਥੇਬੰਦੀ 6 फॉर जस्टिस ਸਿੱਖਾਂ ਵਿੱਚ ਜ਼ਹਿਰ ਭਰਨ ਦਾ ਕੰਮ ਕਰ ਰਹੀ ਹੈ ਅਤੇ ਕਈ ਮੁਲਕਾਂ ਵਿੱਚ ਜਾ ਕੇ ਧਰਮ ਦੇ ਨਾਂ ਤੇ ਨਫ਼ਰਤ ਫੈਲਾ ਰਹੀ ਹੈ। ਪਰ ਤੈਅ ਹੈ ਕਿ ਭਾਰਤ ਵਿੱਚ ਵਸਦੇ ਸਿੱਖ ਅਜੇ ਕਿਸੇ ਵੀ ਦੇਸ਼ ਵਿਰੋਧੀ ਏਜੰਡੇ ਨੂੰ ਸਫਲ ਨਹੀਂ ਹੋਣ ਦੇਣਗੇ। ਬਿਊਰੋ ਰਿਪੋਰਟ PTC ਨਿਊਜ਼। 6 ਫॉर ਜਸਟਿਸ ਵੱਲੋਂ ਲੰਡਨ 'ਚ ਹੋਣ ਵਾਲੇ ਰੈਫਰੈਂਡਮ 2020 ਦਾ ਜਿਹੜਾ ਐਲਾਨ ਕੀਤਾ ਗਿਆ ਉਸ ਨੂੰ ਵਧਾਵਾ ਦੇਣ ਲਈ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ ਨੇ ਤੇ ਇਸ ਪੇਸ਼ਕਸ਼ 'ਚ ਭਾਰਤ ਦੇ ਨੌਜਵਾਨਾਂ ਨੂੰ ਤੇ ਸਿਆਸੀ ਕਾਰਕੁਨਾਂ ਨੂੰ ਸਪਾਂਸਰਸ਼ਿਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੇ ਭਾਰਤ ਨੇ ਪੂਰੀ ਤਰ੍ਹਾਂ ਨਾਲ ਇਤਰਾਜ਼ ਜਤਾਇਆ। ਰੈਫਰੈਂਡਮ 2020 ਦੀ ਗੱਲ ਕਰਨ ਵਾਲੀ 6 ਫॉर ਜਸਟਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਸ਼ਗੂਫਾ ਛੱਡਿਆ ਗਿਆ। ਦਰਅਸਲ 6 ਫॉर ਜਸਟਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੁਆਇਰ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਜਾਏਗਾ, ਜਿਸ ਦੇ ਵਿੱਚ ਵਿਸ਼ਵ ਭਰ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਪਸੰਦ ਜੁੜੇ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇੱਥੇ ਬਸ ਨਹੀਂ, 6 ਫॉर ਜਸਟਿਸ ਵੱਲੋਂ ਪੰਜਾਬ ਦੇ ਨੌਜਵਾਨਾਂ ਅਤੇ ਸਿਆਸੀ ਕਾਰਕੁਨਾਂ ਨੂੰ ਰਾਹਦਾਰੀਆਂ ਯਾਨੀ ਕਿ ਸਪਾਂਸਰਸ਼ਿਪ ਭੇਜੇ ਜਾਣ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਅਗਸਤ ਤੋਂ 14 ਅਗਸਤ ਤੱਕ ਹਾਜ਼ਰ ਹੋਣ ਵਾਲੇ ਲੋਕਾਂ ਦੇ ਰਹਿਣ ਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਉਹਨਾਂ ਵੱਲੋਂ ਕੀਤਾ ਜਾਏਗਾ। 6 ਫॉर ਜਸਟਿਸ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ। ਇਹ ਕੁਝ ਵਿਕਾਊ ਕਿਰਾਏ ਭਾੜੇ ਦੇ ਟੱਟੂ ਇਹ ਕੰਮ ਕਰਦੇ ਫਿਰਦੇ ਆ ਜਿਨ੍ਹਾਂ ਦੀ ਕੋਈ ਬੁਕਤ ਨਹੀਂ ਹੈ ਔਰ ਇਹ ਰੈਫਰੈਂਡਮ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਇਹ ਦੇਸ਼ ਸਭ ਦਾ ਸਾਂਝਾ ਦੇਸ਼ ਹੈ। ਇਸ ਧਰਤੀ ਦੇ ਉੱਪਰ ਇਹ ਸਾਂਝੀ ਵਾਰਤਾ ਦੀ ਗੱਲ ਚੱਲਦੀ ਹੈ, ਇਹ ਗੁਰੂਆਂ ਦੀ ਬਾਣੀ ਦੀ ਗੱਲ ਚੱਲਦੀ ਹੈ ਔਰ ਇਹ ਗੁਰੂਆਂ ਨੇ ਸਾਂਝੇ ਤੌਰ ਤੇ ਰਹਿਣ ਦੇ ਔਰ ਇਕੱਠੇ ਰਹਿਣ ਦੀ ਗੱਲ ਕੀਤੀ ਹੈ। ਇਹਨਾਂ ਨੂੰ ਭਰਾਵਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ। ਪੰਜਾਬ ਦੇ ਅੰਦਰ ਜਿਹੜਾ ਹੈਗਾ ਕਮਿਊਨਲ ਵਾਇਲੈਂਸ ਕ੍ਰੀਏਟ ਕਰਨ ਵਾਸਤੇ ਪਾਕਿਸਤਾਨ ਹਮੇਸ਼ਾ ਜਿਹੜਾ ਹੈਗਾ ਪ੍ਰਯਾਸ ਕਰਦਾ ਰਹਿੰਦਾ ਹੈ। ਪਾਕਿਸਤਾਨ ਔਰ ISI ਦੇ ਟਾਊਟ ਬਣ ਕੇ ਉਹਨਾਂ ਦੇ ਏਜੰਟ ਬਣ ਕੇ 6 ਫॉर ਜਸਟਿਸ ਔਰ ਗੁਰੂ ਪਤਵੰਤ ਸਿੰਘ ਪੰਨੂ ਜਿਹੜਾ ਹੈਗਾ ਪੰਜਾਬ 'ਚ ਸ਼ਾਂਤੀ ਫੈਲਾਉਣ ਦੀ 1 ਸਾਲ ਤੋਂ ਕੋਸ਼ਿਸ਼ ਕਰ ਰਹੇ ਜਿਹੜਾ ਹੈ ਲੰਡਨ ਲਾਨਾਮੇ ਵਾਸਤੇ ਜਿਹੜਾ ਹੈਗਾ ਇਹ ਨਾ ਕਹਿੰਦੇ ਵੀ ਤੁਹਾਡੇ ਅਸੀਂ ਸਪਾਂਸਰਸ਼ਿਪ ਦੇਵਾਂਗੇ, ਤੁਹਾਡਾ ਰਹਿਣ ਦਾ ਖਰਚਾ ਦੇਵਾਂਗੇ, ਤੁਸੀਂ ਲੰਡਨ ਆ ਜਾਓ। ਜਿਨ੍ਹਾਂ 'ਚ ਦਰਦ ਹੁੰਦਾ ਹੈ, ਜਿੰਨਾ ਜਜ਼ਬਾ ਹੁੰਦਾ ਹੈ, ਨਾ ਉਹ ਸਪਾਂਸਰਸ਼ਿਪ ਦੀ ਪਰਵਾਹ ਕਰਦੇ ਨੇ ਨਾ ਉਹ ਖਰਚੇ ਦੀ ਪਰਵਾਹ ਕਰਦੇ ਨੇ, ਉਹ ਖੜੇ ਹੁੰਦੇ ਨੇ। ਪਰ ਪੰਨੂ ਤੂੰ ਤਾਂ ਭਾਰਤ ਤੋੜਨ ਦਾ ਸੁਪਨਾ ਲੈ ਰਿਹਾ ਹੈ, ਤੂੰ ਤਾਂ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਨ ਦਾ ਸੁਪਨਾ ਲੈ ਰਿਹਾ ਹੈ, ਤੇਰਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਏਗਾ। ਦੂਜੇ ਪਾਸੇ ਭਾਰਤ ਸਰਕਾਰ ਨੇ 6 ਫॉर ਜਸਟਿਸ ਦੀ ਇਸ ਕਾਰਵਾਈ ਤੇ ਸਖਤ ਇਤਰਾਜ਼ ਜਤਾਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਮਾਮਲਾ UK ਦੀ ਸਰਕਾਰ ਨਾਲ ਵਿਚਾਰਿਆ ਗਿਆ ਅਤੇ ਉਹਨਾਂ ਵੱਲੋਂ ਇੱਕ ਡਿਮਾਰਚੀ ਵੀ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਕਹਿੰਦਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ UK ਸਰਕਾਰ ਅਜਿਹੇ ਕਿਸੇ ਗਰੁੱਪ ਨੂੰ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਕਰਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਜੋ ਸਮਾਗਮ ਸਮਾਜ ਦੇ ਵਿੱਚ ਨਫ਼ਰਤ ਫੈਲਾਉਣ ਵਾਲੇ ਹੋਣ ਅਤੇ ਅਜਿਹੀ ਗਤੀਵਿਧੀ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਹਾਲਾਂਕਿ ਖਬਰਾਂ ਇਹ ਵੀ ਆ ਰਹੀਆਂ ਨੇ ਕਿ UK ਦੀ ਸਰਕਾਰ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਹੋਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕ ਨਹੀਂ ਸਕਦੀ। ਪਰ ਵੱਡੀ ਗੱਲ ਇਹ ਹੈ
ਕਿ ਸਿੱਖ ਫॉर ਜਸਟਿਸ ਦੀ ਭਾਰਤ ਤੋਂ ਵੰਡਣ ਵਾਲੀ ਇਸ ਵਿਉਂਤਬੰਦੀ ਨੂੰ ਰੋਕਣਾ ਬੜਾ ਜ਼ਰੂਰੀ ਹੈ। ਬਿਊਰੋ ਰਿਪੋਰਟ PTC ਨਿਊਜ਼। ਇਸ ਵਕਤ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਕਿ ਅਕਾਲੀ ਦਲ ਦਾ ਇਸ ਮੁੱਦੇ ਤੇ ਕੀ ਹੈ ਪ੍ਰਤੀਕਰਮ। ਬਰਗਾੜੀ 'ਚ ਲੱਗੇ ਮੋਰਚੇ ਤੇ ਉੱਠ ਰਹੇ ਸਵਾਲਾਂ ਦੇ ਵਿਚਾਲੇ ਅਕਾਲੀ ਦਲ ਕੀ ਮੰਗ ਕਰ ਰਿਹਾ ਹੈ ਤੇ ਰੈਫਰੈਂਡਮ 2020 ਨੂੰ ਲੈ ਕੇ ਅਕਾਲੀ ਦਲ ਦੀ ਕੀ ਸੋਚ ਹੈ, ਇਸ ਬਾਰੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਨਵੀਨ ਸੇਠੀ ਨੇ। ਖਬਰ ਹੈ ਬਰਗਾੜੀ ਮੋਰਚੇ ਦੀ ਫੰਡਿੰਗ ਵਿਦੇਸ਼ ਤੋਂ ਹੋ ਰਹੀ ਹੈ ਤੇ ਫੰਡਿੰਗ ਕਰਨ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਮਾਨ ਗਰੁੱਪ ਦੇ ਲੀਡਰ ਵੀ ਸ਼ਾਮਿਲ ਹਨ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸ ਇਸ਼ੂ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਤੁਸੀਂ ਵੀ ਇਹ ਖਬਰ ਤੁਹਾਨੂੰ ਵੀ ਨੌਲੇਜ ਹੋਣੀ ਹੈ ਕਿ ਬਰਗਾੜੀ ਦੀ ਜਿਹੜੀ ਹੈ ਫੰਡਿੰਗ ਵਿਦੇਸ਼ ਤੋਂ ਹੋ ਰਹੀ ਹੈ, ਤੁਹਾਡੇ ਕੀ ਕਹਿਣਾ? ਦੇਖੋ, ਗੱਲ ਇਹ ਹੈ ਕਿ ਜਿਹੜੇ ਜਥੇਦਾਰਾਂ ਨੇ ਮੋਰਚਾ ਲਾਇਆ ਸੀ, ਇਹਨਾਂ ਦਾ ਜਨਮ ਜਿਹੜਾ ਉਹ ਚੱਬੇ ਦੇ ਵਿੱਚ ਜਿਹੜਾ ਸੰਮੇਲਨ ਹੋਇਆ ਸੀ, ਜਿਹਨੂੰ ਕਾਂਗਰਸ ਪਾਰਟੀ ਨੇ ਖੁੱਲ੍ਹ ਕੇ ਸਮਰਥਨ ਦਿੱਤਾ ਸੀ, ਬੰਦੇ ਭੇਜੇ ਸੀ, ਕਾਂਗਰਸ ਦੇ MLA ਸਟੇਜਾਂ ਦੇ ਉੱਤੇ ਗਏ ਸੀ, ਜਿਹਦੇ ਮਤੇ ਵੀ ਉਸ ਵੇਲੇ ਟੈਲੀਫੋਨ ਦੀਆਂ ਟੇਪਾਂ ਜ਼ਾਹਰ ਹੋਈਆਂ ਸੀ ਕਿ ਕਾਂਗਰਸ ਦੇ ਜਿਹੜੇ ਉਸ ਵੇਲੇ ਦੇ ਲੀਡਰ ਆ ਮੁੱਖ, ਉਹਨਾਂ ਨੇ ਆਪ ਡਿਕਟੇਟ ਕਰਕੇ ਜਿਹੜੇ ਚੁਣੇ ਹੋਏ ਜਥੇਦਾਰਾਂ ਨੂੰ ਲਾਉਣ ਦੇ ਤੇ ਨਵੇਂ ਜਥੇਦਾਰ ਲਾਉਣ ਦੇ ਆਦੇਸ਼ ਦਿੱਤੇ। ਉਸ ਵੇਲੇ ਜਿਹੜੇ ਮਤੇ ਵੀ ਉਦੋਂ ਪਾਸ ਹੋਏ ਸੀ, ਉਹ ਵੀ ਦੇਸ਼ ਦੇ ਵਿਰੁੱਧ ਪਾਸ ਹੋਏ ਸੀ। ਉਸ ਵੇਲੇ ਬਹੁਤ ਹੱਲਾ ਮੱਚੇ ਸੀ। ਹੁਣ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਕਿਤੇ 2020 ਰੈਫਰੈਂਡਮ ਦਾ ਰੌਲਾ ਪੈਂਦਾ, ਕਿਤੇ ਹੋਰ ਰੌਲਾ ਪੈਂਦਾ। ਜਿਹੜੇ ਮਤੇ ਉਦੋਂ ਪਾਸ ਹੋਏ ਸੀ ਉਹ ਵੀ ਉੱਦਾਂ ਦੇ ਸੀ। ਜਿਹੜੇ ਜਥੇਦਾਰ ਲਾ ਕੇ ਬੈਠੇ ਧਰਨਾ, ਉਹਨਾਂ ਨੂੰ ਵੀ ਕਾਂਗਰਸ ਦੀ ਸਪੋਰਟ ਆ, ਬਣਾਈ ਉਹਨਾਂ ਨੇ ਸੀਗੀ। ਤੇ ਇੱਕ ਕਾਂਗਰਸ ਨੇ ਕਮਿਸ਼ਨ ਬਿਠਾ ਦਿੱਤਾ ਜਿਸ ਤੇ ਰਣਜੀਤ ਸਿੰਘ, ਉਹ ਵੀ ਕਾਂਗਰਸ ਦੀ ਬੋਲੀ ਬੋਲ ਰਿਹਾ। ਇਸ ਕਰਕੇ ਭਾਵੇਂ ਸਰਕਾਰ ਹੈ, ਭਾਵੇਂ ਕਮਿਸ਼ਨ ਨੇ, ਭਾਵੇਂ ਜਥੇਦਾਰ ਨੇ, ਭਾਵੇਂ ਬਾਹਰ ਜਿਹੜੇ 2020 ਦਾ ਰੌਲਾ ਪਾਉਂਦੇ, ਸਾਰਾ ਕੁਝ ਕੁੱਲ ਮਿਲਾ ਕੇ ਇੱਕ ਹੀ। ਇਸ ਕਰਕੇ ਜਿਹੜੀਆਂ ਅੱਜ ਖਬਰਾਂ ਛਪੀਆਂ, ਇਹਨਾਂ ਦੇ ਸਾਥੀਆਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਉਹਨਾਂ 'ਚ ਸੰਕੇਤ ਵੀ ਇਸੇ ਗੱਲ ਤੇ ਮਿਲ ਰਿਹਾ ਕਿ ਫੰਡਿੰਗ ਬਾਹਰੋਂ ਹੋ ਰਹੀ ਹੈ। ਇਹ ਤਾਂ ਹੁਣ ਉਹ ਦੱਸ ਸਕਦੇ ਆ, ਅਸੀਂ ਤਾਂ ਕੀ ਕਹਿ ਸਕਦੇ ਹਾਂ। ਪਰ ਪ੍ਰਮੁੱਖ ਅਖਬਾਰਾਂ ਜਿਹੜੀਆਂ ਡਿਟੇਲ ਛਾਪ ਰਹੀਆਂ ਕਿੰਨੇ ਕਿੰਨੇ ਪੈਸੇ ਆਏ ਆ, ਇਸ ਕਰਕੇ ਉਹਨਾਂ ਨੂੰ ਜਨਤਾ ਨੂੰ ਦੱਸਣਾ ਚਾਹੀਦਾ ਕਿ ਇਹ ਕੀ ਮਾਜਰਾ, ਕਿੱਥੋਂ ਆ ਰਿਹਾ, ਕਿਉਂ ਆ ਰਿਹਾ। ਸਰਕਾਰ ਤਾਂ ਕਿਉਂਕਿ ਖੁਦ ਉਹਨਾਂ ਦੇ ਨਾਲ ਹੈ, ਇਸ ਕਰਕੇ ਦੇਸ਼ ਦੀਆਂ ਬਾਕੀ ਜਿਹੜੀਆਂ ਏਜੰਸੀਆਂ ਉਹ ਦੇਖਣ। ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਤੁਸੀਂ ਕਮਿਸ਼ਨ ਦੀ ਗੱਲ ਕੀਤੀ, ਉਸਨੇ ਵੀ ਰਿਪੋਰਟ ਜਿਹੜੀ ਦਿੱਤੀ ਸੀ ਕਿ ਪਿਛਲੀ ਸਰਕਾਰ ਜਿਹੜੀ ਸੀ, ਅਕਾਲੀ ਸਰਕਾਰ ਸੀ, ਉਸ ਵੇਲੇ ਬੇਅਦਬੀਆਂ ਹੋਈਆਂ, ਕਿਤੇ ਨਾ ਕਿਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਸ ਦੇ ਵਿੱਚ ਕੀਤੀ ਗਈ। 100% ਇੱਕੋ ਇੱਕ ਨਿਸ਼ਾਨਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਬਾਕੀ ਲੀਡਰਸ਼ਿਪ ਨੂੰ ਬਦਨਾਮ ਕਰ। ਏਮ ਹੀ ਇਹੀ ਸੀ। ਉਦੋਂ ਵੀ ਜਿਹੜਾ ਚੱਬੇ ਸੰਮੇਲਨ ਹੋਇਆ ਸੀ, ਉਹਦਾ ਏਮ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਲਾਭ ਲੈ ਕੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ। ਅੱਜ ਵੀ ਉਹੀ ਮੁੱਦੇ ਨੇ। ਇਸ ਤੋਂ ਉਦੋਂ ਵੀ ਕਿਹਾ ਸੀ ਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹ ਬਹੁਤ ਵੱਡਾ ਪਾਪ ਹੈ, ਘਿਨਾਉਣਾ ਪਾਪ ਹੈ। ਜਿਹੜਾ ਵੀ ਕਰਦਾ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਪਿੱਛੇ ਲੱਗਣਾ ਚਾਹੀਦਾ। ਪਰ ਉਦੋਂ ਵੀ ਰਾਜਨੀਤੀ ਹੁੰਦੀ ਸੀ, ਹੁਣ ਵੀ ਸਰਕਾਰ ਮੌਕੇ ਦੀ ਨਾਲ ਰਲ ਕੇ ਪੁਰਾਣੇ ਆਪਣੇ ਸਹਿਯੋਗੀਆਂ ਦੇ ਨਾਲ ਇਹ ਸਾਰਾ ਕੁਝ ਡਰਾਮਾ ਕਰ ਰਹੀ ਹੈ, ਜਿਹੜਾ ਮੈਂ ਸਮਝਦਾ ਜਨਤਾ ਨੂੰ ਹੁਣ ਸਮਝ ਆਉਣਾ ਸ਼ੁਰੂ ਹੋ ਗਿਆ। ਸੰਗਤ ਆਪਣੇ ਆਪ ਇਹਨਾਂ ਨੂੰ ਫੈਸਲਾ ਕਰੇ। ਇਸ ਤੋਂ ਇਲਾਵਾ 30 ਜੂਨ ਤੋਂ ਜਿਹੜਾ ਉਹ ਚੱਲ ਰਿਹਾ, ਇੰਨਾ ਲੰਬਾ ਚੱਲਣਾ, ਅਸੀਂ ਉੱਥੇ ਦੇਖਿਆ ਕਿ ਟੈਂਟ ਦੀ ਸੁਵਿਧਾ, ਪਰਮਿਸ਼ਨ ਦੇਣੀ, ਇਹ ਕਿੱਧਰ ਇਸ਼ਾਰਾ ਕਰਦੇ? ਜਦੋਂ ਸਰਕਾਰ ਨਾਲ ਹੈ ਜੀ, ਤੇ ਦੂਜਾ ਹੁਣ ਜੋ ਕੁਝ ਅਖਬਾਰਾਂ 'ਚ ਛਪ ਰਿਹਾ ਇਹ ਵੀ ਤੁਹਾਡੇ ਸਾਹਮਣੇ ਹੈ। ਇਸ ਕਰਕੇ ਫਿਰ ਇਦਾਂ ਦੇ ਕੰਮ ਜਦੋਂ ਸਰਕਾਰਾਂ ਆਪ ਕਰਾਉਣੀਆਂ ਚਾਹੁਣ, ਫਿਰ ਸਾਰਾ ਕੁਝ ਹੀ ਕਰਾਈ ਜਾਂਦੀਆਂ। ਬਿਆਨ ਸਰਕਾਰਾਂ ਹੋਰ ਦੇਈ ਜਾਂਦੀਆਂ, ਕਰੀ ਕੁਝ ਹੋਰ ਜਾਂਦੀਆਂ, ਪਰ ਅਲਟੀਮੇਟਲੀ ਜਿਹੜੀਆਂ ਸਰਕਾਰਾਂ ਇਦਾਂ ਕਰਦੀਆਂ ਉਹਨਾਂ ਨੂੰ ਇੱਕ ਨਾ ਇੱਕ ਦਿਨ ਪਛਤਾਉਣਾ ਪੈਂਦਾ। ਇਸ ਇਸ਼ੂ ਤੇ ਪੋਲਿਟਿਕਸ ਕਰਨੀ ਤੁਹਾਨੂੰ ਕੀ ਲੱਗਦਾ ਹੈ, ਕਿਉਂ ਕੀਤੀ ਜਾ ਰਹੀ ਨਹੀਂ, ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਇਸ ਗੱਲ ਤੇ ਜਿਹੜੀ ਹੈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਗੱਲ ਇਹ ਕਿ ਹੁਣ ਸਰਕਾਰ ਇੰਨੇ ਪਾਸੇ ਫਸ ਗਈ, ਲਾ ਐਂਡ ਆਰਡਰ ਫੇਲ ਹੋ ਗਿਆ, ਜਿਹੜੀ ਗਵਰਨੈਂਸ ਹੈ ਟੋਟਲ ਫੇਲ ਹੋ ਗਈ, ਡਿਵੈਲਪਮੈਂਟ ਟੋਟਲੀ ਬੰਦ ਹੋ ਗਈ, ਟੋਟਲ ਇਸ ਵੇਲੇ ਪਾਲਿਸੀ ਪੈਰਲਿਸਿਸ ਹੈ। ਡਰੱਗਸ ਦਾ ਜਿਹੜਾ ਰੌਲਾ ਇਸ਼ੂ ਬਣਾਉਂਦੇ ਸੀ, ਇਸ ਵੇਲੇ ਇੰਨੀ ਮਾੜੀ ਹਾਲਤ ਹੋ ਗਈ, ਇੰਨੀਆਂ ਡੈਥਸ ਹੋ ਰਹੀਆਂ, ਤੇ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ ਕੁਛ ਨਾ ਕੁਛ ਤਾਂ ਸਰਕਾਰ ਨੂੰ ਕਰਨਾ ਪੈਂਦਾ। ਇਸ ਕਰਕੇ ਇਹ ਟੈਕਟਿਕਸ ਹੈ, ਡਿਵਰਸ਼ਨ ਟੈਕਟਿਕਸ ਹੈ। ਠੀਕ ਹੈ। ਫਿਲਹਾਲ ਡਾਕਟਰ ਦਲਜੀਤ ਸਿੰਘ ਚੀਮਾ ਸਾਡੇ ਨਾਲ ਸੀ, ਜੋ ਦੱਸ ਰਹੇ ਸਨ ਕਿ ਸਭ ਕੁਝ ਜੋ ਵੀ ਕਰ ਰਹੀ ਹੈ ਉਹ ਕਾਂਗਰਸ ਸਰਕਾਰ ਕਰ ਰਹੀ ਹੈ ਤੇ ਇਸ ਇਸ਼ੂ ਤੇ ਖਾਸ ਕਰਕੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਕੈਮਰਾਮੈਨ ਸੁਮਿਤ ਕਲੇਰ ਦੇ ਨਾਲ ਨਵੀਨ ਸੇਠੀ, PTC ਨਿਊਜ਼, ਚੰਡੀਗੜ੍ਹ। ਸਰਬੱਤ ਖਾਲਸਾ ਦੇ ਬਰਗਾੜੀ ਮੋਰਚੇ ਤੇ ਮੁਲਕ ਵਿਰੋਧੀ ਤਾਕਤਾਂ ਤੋਂ ਮਦਦ ਲੈਣ ਦੇ ਇਲਜ਼ਾਮਾਂ ਤੋਂ ਬਾਅਦ ਇਸ ਦੀ ਜਾਂਚ ਦੀ ਮੰਗ ਉੱਠ ਰਹੀ ਹੈ।
ਬੀਜੇਪੀ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੋਰਚੇ ਨੂੰ ਮਿਲਣ ਵਾਲੇ ਫੰਡਸ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਧਰਨਾ ਲੱਗਣ ਤੋਂ ਪਹਿਲੇ, ਅੱਜ ਅਖਬਾਰ ਦੀ ਰਿਪੋਰਟ ਤੇ ਵਿਸ਼ਵਾਸ ਕਰੋ, ਧਰਨਾ ਲੱਗਣ ਤੋਂ ਪਹਿਲੇ ਹੀ ਇਹਦੇ ਵਾਸਤੇ ਫੰਡ ਆਣੇ ਸ਼ੁਰੂ ਹੋ ਗਏ ਔਰ ਹੁਣ ਉਸ ਸੰਸਥਾ ਦਾ ਨਾਮ ਆ ਗਿਆ ਜਿਹਦਾ ਪੰਜਾਬ 'ਚ ਪੈਰ ਨਹੀਂ ਲੱਗ ਰਹੇ, ਸਿੱਖ ਫॉर ਜਸਟਿਸ। ਸਿੱਖ ਫॉर ਜਸਟਿਸ ਨੂੰ ਪੰਜਾਬ ਦੇ ਅੰਦਰ ਕੋਈ ਕਾਰਕੁਨ ਵਰਕਰ ਨਹੀਂ ਮਿਲ ਰਿਹਾ। 1 ਸਾਲ ਪਹਿਲੇ ਉਹਨੇ ਹੋਰਡਿੰਗ ਲਵਾਏ, ਉਹ ਵੀ ਇੱਕ ਐਡ ਏਜੰਸੀ ਵੱਲੋਂ ਲਵਾਏ ਕਿਉਂਕਿ ਉਹਨਾਂ ਕੋਲ ਬੰਦੇ ਨਹੀਂ ਹੈ। ਪਿੱਛੇ ਅਖਬਾਰਾਂ 'ਚ ਵਿਗਿਆਪਨ ਦਿੱਤਾ ਸਿੱਖ ਫॉर ਜਸਟਿਸ ਨੇ ਕਿ ਸੋਸ਼ਲ ਮੀਡੀਆ ਵਾਸਤੇ ਅਸੀਂ ਬੰਦਿਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਆ ਕਿਉਂਕਿ ਪੰਜਾਬ 'ਚ ਉਹਨਾਂ ਨੂੰ ਵਰਕਰ ਨਹੀਂ ਮਿਲ ਰਹੇ। ਉਹਨਾਂ ਵਾਸਤੇ ਤਾਂ ਇਹ ਜਿਹੜਾ ਧਰਨਾ ਹੈਗਾ ਇਹ ਤਾਂ ਫਰਟਾਈਲ ਗਰਾਊਂਡ ਬਣ ਗਿਆ। ਇਹ ਹੋ ਸਕਦਾ ਹੈ ਜਿਹੜੀ ਖੁਫੀਆ ਏਜੰਸੀ ਦੀ ਰਿਪੋਰਟ ਹੈ ਜਾਂ ਜਿਹੜੀ ਲਿਖਤੀ ਰਿਪੋਰਟ ਹੈ, ਜਿਹੜੀ ਲਿਸਟ ਛਪੀ ਹੈ, ਇਹ ਹੋ ਸਕਦਾ ਹੈ ਕਿ ਇਹ ਫੰਡਿੰਗ ਦੇ ਪਿੱਛੇ ਜਿਹੜਾ ਹੈਗਾ ਸਿੱਖ ਫॉर ਜਸਟਿਸ ਔਰ ਸਿੱਖ ਫॉर ਜਸਟਿਸ ਸਾਰਿਆਂ ਨੂੰ ਪਤਾ ਇੱਕ ਪਾਕਿਸਤਾਨ ਦੀ ਏਜੰਸੀ ਹੈਗੀ ਹੈ। ਪਾਕਿਸਤਾਨ ਦੀ ISI ਸਪੋਰਟਡ ਜਿਹੜੇ ਹੈਗੇ ਹੈ ਕੁਝ ਲੋਕ ਹੈਗੇ ਨੇ ਜਿਨ੍ਹਾਂ ਸਿੱਖੀ ਨਾਲ ਕੋਈ ਵਾਹ ਵਸਤਾ ਨਹੀਂ ਹੈ, ਕ੍ਰਿਮੀਨਲਸ ਨੂੰ ਸਪੋਰਟ ਕਰਦੇ ਨੇ, ਪੂਰੇ ਦੇਸ਼ ਭਰ 'ਚ ਕ੍ਰਿਮੀਨਲ ਸਪੋਰਟ ਕਰਦੇ ਨੇ। ਉਹ ਕਿਤੇ ਨਾ ਕਿਤੇ ਬਰਗਾੜੀ ਦੇ ਅੰਦਰ ਇੱਥੇ ਫੰਡਿੰਗ ਕਰਕੇ ਪੈਸਾ ਭੇਜ ਕੇ ਕਿਤੇ ਨਾ ਕਿਤੇ ਕੁਝ ਵਰਕਰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੀ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਔਰ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ। ਫੋਰਨ ਫੰਡਿੰਗ ਦੀ ਜਾਂਚ ਦੀ ਤਹਿ 'ਚ ਜਾ ਕੇ ਦੋਸ਼ੀਆਂ ਨੂੰ ਫੜਨਾ ਚਾਹੀਦਾ। ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਕਦੋਂ ਤੱਕ ਸਰਕਾਰ ਕਰਵਾਉਂਦੀ ਹੈ। ਖਬਰ ਖਾਸ ਅੱਜ ਲਈ ਨਹੀਂ, ਤੁਸੀਂ ਵੇਖਦੇ ਰਹੋ PTC ਨਿਊਜ਼।